ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਛ ਰੂਪ ਨਹੀਂ ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ। ਕਿਆ ਮੂਲੇ ਬੋਲੇ ਗੁਣ ਬਿਹੂਣ, ਨਾਮ ਜਪਿਆ ਨਾ ਤੇਰਾ। ਹਮ ਪਾਪੀ ਸੰਗ ਗੁਰ ਉਬਰੇ, ਹਮ ਪਾਪੀ ਸੰਗ ਗੁਰ ਉਬਰੇ। ਪੁਨ ਸਤ ਗੁਰ ਕੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਸਤਿਗੁਰਾਂ ਨੇ ਸੁਭਾਗ ਸਮੇਂ ਸਤ ਸੰਗਤ ਦੇ ਰੂਪ ਵਿੱਚ ਬਖਸ਼ੇ ਹਨ। ਆਪ ਰੋਜ਼ਾਨਾ ਅੰਮ੍ਰਿਤ ਵੇਲੇ ਜਾਗ ਕੇ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਰੋਜ਼ ਬੰਦੇ ਹੋ। ਆਪ ਸਾਰੇ ਧੰਤਾ ਦੇ ਯੋਗ ਹੋ। ਆਓ ਕੁਝ ਸਮਾਂ ਚੱਲ ਰਹੀ ਲੜੀਵਾਰ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ 24 ਪੌੜੀ ਤੱਕ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਸੇਵਾ ਲਈ ਸੀ। ਅੱਜ ਵੀ ਮਹਾਰਾਜ ਆਪ ਕਿਰਪਾ ਕਰਨ। ਅਗਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਸੋ ਆਓ ਰੱਬੀ ਬਾਣੀ, ਇਲਾਹੀ ਬਾਣੀ ਸ੍ਰੀ ਜਪਜੀ ਸਾਹਿਬ ਦੀ 25ਵੀਂ ਪੌੜੀ ਦੇ ਨਾਲ ਜੁੜਨ ਦਾ ਯਤਨ ਕਰੀਏ। ਇਸ ਪੌੜੀ ਵਿੱਚ ਅੱਜ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼, ਕੀ ਮੈਸੇਜ ਦੇ ਰਹੇ ਹਨ, ਤਾਂ ਕਿ ਅਸੀਂ ਆਪਣੇ ਜੀਵਨ ਨੂੰ ਨਿਖਾਰ ਪਾਈਏ, ਜੀਵਨ ਨੂੰ ਸੁਧਾਰ ਪਾਈਏ, ਜੀਵਨ ਨੂੰ ਘਾਟ ਕੱਢ ਸਕੀਏ। ਸੋ ਆਓ ਗੁਰੂ ਸਾਹਿਬ ਮਿਹਰ ਕਰਦੇ ਹਨ। ਮਨ ਬਿਰਤੀ ਕਾਗਰ ਕਰੀਏ। ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਬਹੁਤਾ ਕਰਮ ਲਿਖਿਆ ਨਾ ਜਾਏ। ਬਹੁਤਾ ਕਰਮ, ਬਹੁਤਾ ਮੀਨਸ ਬਹੁਤ ਜ਼ਿਆਦਾ। ਕਰਮ ਇਹ ਫਾਰਸੀ ਦਾ ਸਾਧ ਸੰਗਤ ਅੱਖਰ ਹੈ, ਜਿਹਦਾ ਭਾਵ ਹੈ ਬਖਸ਼ੀਸ਼। ਆਮ ਤੌਰ 'ਤੇ ਮੁਸਲਮਾਨ ਵੀਰ ਜਦੋਂ ਆਪਸ ਵਿੱਚ ਮਿਲਦੇ ਨੇ ਤੇ ਹਾਲ ਚਾਲ ਪੁੱਛਦੇ ਨੇ ਤੇ ਇਹੀ ਕਹਿੰਦੇ ਨੇ, ਇਹ ਅੱਲਾ ਕਾ ਕਰਮ ਹੈ। ਅਸੀਂ ਕਹਿੰਦੇ ਹਾਂ ਜਿਸ ਤਰ੍ਹਾਂ ਗੁਰੂ ਦੀ ਕਿਰਪਾ ਹੈ। ਉਹਨਾਂ ਦੀ ਰਸਨਾ ਤੇ ਅਕਸਰ ਇਹੀ ਹੁੰਦਾ ਕਿ ਉਹ ਅੱਲਾ ਕਾ ਕਰਮ ਹੈ। ਤੋ ਪਾਤਸ਼ਾਹ ਇੱਥੇ ਕਹਿ ਰਹੇ ਹਨ ਕਿ ਉਸ ਪਰਮਾਤਮਾ ਦੀਆਂ ਬਖਸ਼ਿਸ਼ਾਂ ਬਹੁਤ ਨੇ। ਬਹੁਤਾ ਕਰਮ ਲਿਖਿਆ ਨਾ ਜਾਏ। ਉਸ ਪਰਮਾਤਮਾ ਦੀਆਂ ਇਤਨੀਆਂ ਤਮਾਮ ਬਖਸ਼ਿਸ਼ਾਂ ਨੇ, ਜਿਨ੍ਹਾਂ ਨੂੰ ਲਿਖ ਕੇ ਨਹੀਂ ਦੱਸ ਸਕਿਆ ਜਾ ਸਕਦਾ, ਕਿਉਂਕਿ ਪਰਮਾਤਮਾ ਦੇ ਕਾਰਜ ਹੀ ਇਤਨੇ ਹਨ ਕਿ ਕੋਈ ਸ਼ਾਹੀ, ਕੋਈ ਕਾਗਜ਼, ਕੋਈ ਇਸ ਤਰ੍ਹਾਂ ਦਾ ਕਾਗਜ਼ ਜਾਂ ਸ਼ਾਹੀ ਜਾਂ ਕਲਮ ਨਹੀਂ ਬਣੀ ਜੋ ਪਰਮਾਤਮਾ ਦੀ ਸਿਫਤ ਨੂੰ ਲਿਖ ਸਕੇ। ਇੱਥੋਂ ਤੱਕ ਪਰਮਾਤਮਾ ਦੀ ਕੋਈ ਕੀ ਸਿਫਤ ਕਰੇਗਾ, ਉਹਦੇ ਨਾਮ ਜਪਣ ਵਾਲਿਆਂ ਦੀ ਵੀ ਕੋਈ ਸਿਫਤ ਨਹੀਂ ਕਰ ਸਕਦਾ। ਹੁਣੇ ਪਿੱਛੇ ਪੜ੍ਹ ਕੇ ਆਏ ਹਾਂ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਨਾਮ ਜਪਣ ਵਾਲਿਆਂ ਦੀ ਅਸੀਂ ਉਹਦੀ ਜਿਹੜੀ ਬਖਸ਼ਿਸ਼ ਹੈ, ਉਹਦੇ ਕੋਲ ਜੋ ਰਹਿਮਤਾਂ ਨੇ, ਉਹਨੂੰ ਕੋਈ ਨਹੀਂ ਦੱਸ ਸਕਦਾ। ਤੇ ਪਰਮਾਤਮਾ ਦੀ ਤੇ ਬਹੁਤ ਦੂਰ ਦੀ ਗੱਲ ਹੈ।
ਤੋ ਗੁਰੂ ਸਾਹਿਬ ਇੱਥੇ ਇਹ ਸਮਝਾਉਣਾ ਚਾਹ ਰਹੇ ਨੇ ਕਿ ਪਰਮਾਤਮਾ ਦੀਆਂ ਬਖਸ਼ਿਸ਼ਾਂ ਨੂੰ ਕੋਈ ਲਿਖ ਕੇ ਦੱਸ ਨਹੀਂ ਸਕਦਾ, ਕਿਉਂਕਿ ਵੱਡਾ ਦਾਤਾ ਤਿਲ ਨਾ ਤਮਾਏ। ਉਹ ਦਾਤਾ ਵੱਡਾ ਹੈ। ਤਾਂ ਦੁਨੀਆ ਵਿੱਚ ਬੜੇ ਦਾਤੇ ਬਣਦੇ ਨੇ, ਪਰ ਮੈਂ ਇਹੀ ਕਹਾਂਗਾ, ਜੇ ਤੁਸੀਂ ਗੁਰਬਾਣੀ ਨਾਲ ਜੁੜੇ ਹੋ ਤੇ ਦਾਤਾ ਇੱਕੋ ਹੀ ਰਹਿਣ ਦੋ ਤੇ ਚੰਗਾ ਹੈ। ਪੜ੍ਹਦੇ ਹਾਂ ਰੋਜ਼ ਸਭਨਾ ਜੀਆਂ ਕਾ ਇੱਕ ਦਾਤਾ। ਅਸੀਂ ਜਣੇ ਖਣੇ ਨੂੰ ਦਾਤਾ ਬਣਾ ਦਿੰਦੇ ਹਾਂ। ਜਿਹੜਾ ਕੁਛ ਦਾਨ ਕਰਦਾ ਅਸੀਂ ਕਹਿੰਦੇ ਬੜਾ ਵੱਡਾ ਦਾਨੀ ਹੈ, ਪਰ ਸਾਧ ਸੰਗਤ ਦਾਤਾ ਪਰਮਾਤਮਾ ਇੱਕੋ ਹੀ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਗੁਰਬਾਣੀ 'ਚ ਇੱਕ ਪੰਕਤੀ ਹੋਰ ਵੀ ਆਉਂਦੀ ਏ, ਖਸਮ ਵੱਡਾ ਦਾਤਾਰ ਹੈ, ਜੋ ਇੱਛੇ ਸੋ ਫਲ ਪਾਏ। ਉਹ ਵੱਡਾ ਦਾਤਾ ਹੈ। ਜੇ ਅਸੀਂ ਇਸ ਕਨਸੈਪਟ ਨੂੰ ਸਮਝ ਜਾਈਏ ਤੇ ਮੈਂ ਸਮਝਦਾ ਸਾਡੀ ਭਟਕਣਾ ਹੀ ਮੁੱਕ ਜਾਏਗੀ। ਗੁਰੂ ਸਾਹਿਬ ਨੇ ਇੱਕ ਤੋਂ ਜਿਹੜਾ ਅੱਖਰ ਸ਼ੁਰੂ ਕੀਤਾ ਹੈ, ਇਹਦਾ ਭਾਵ ਹੀ ਇਹੋ ਹੀ ਹੈ ਕਿ ਉਹੀ ਆਲ ਇਨ ਆਲ ਹੈ। ਅਸੀਂ ਹਰ ਇੱਕ ਨੂੰ ਇਹ ਦਾਨੀ ਬਣਾ ਦਿੰਦੇ ਹਾਂ, ਇਹ ਦਾਤਾ ਦੇਣ ਵਾਲਾ ਹੈ ਜੀ। ਨਹੀਂ, ਦੇਖੋ ਜਿਹੜਾ ਦਾਤਾ ਦੁਨੀਆ ਦਾ ਦਾਤਾ ਹੋਏਗਾ ਨਾ, ਉਹਦੇ ਪਿੱਛੇ ਉਹਦਾ ਸਵਾਰਥ ਹੋਏਗਾ ਕਿ ਮੈਂ ਇਹ ਦਾਨ ਦਾਂਗਾ, ਮੈਨੂੰ ਇਹਦੇ ਬਦਲੇ ਇਹ ਮਿਲੇਗਾ। ਗੁਰੂ ਸਾਹਿਬ ਇੱਥੇ ਇਹੀ ਖਿਆਲ ਦੇ ਰਹੇ ਨੇ, ਵੱਡਾ ਦਾਤਾ ਤਿਲ ਨਾ ਤਮਾਏ। ਤਿਲ ਹੁੰਦਾ ਛੋਟਾ ਜਿਹਾ, ਤਮਾਏ ਤਮਾ, ਉਹਨੂੰ ਕੋਈ ਲਾਲਚ ਨਹੀਂ ਹੈ, ਸਵਾਰਥ ਨਹੀਂ ਹੈ ਪਰਮਾਤਮਾ ਨੂੰ। ਦੇਖੋ ਸਾਨੂੰ ਸਵਾਰਥ ਹੈ, ਅਸੀਂ ਨਾਮ ਜਪ ਰਹੇ ਹਾਂ, ਸਾਨੂੰ ਇੱਕ ਸਵਾਰਥ ਹੈ, ਸਾਡੀਆਂ ਮੰਗਾਂ ਨੇ, ਕਿਉਂਕਿ ਅਸੀਂ ਲਾਲਚਵਸ਼ ਹੋ ਕੇ ਕਰ ਰਹੇ ਹਾਂ। ਇਹ ਤੇ ਅਵਸਥਾ ਉੱਚੀ ਜਿਨ੍ਹਾਂ ਦੀ ਹੋ ਜਾਂਦੀ ਹੈ, ਗੁਰਮੁਖ ਪਿਆਰੇ ਤੁਹਾਡੇ ਵਿੱਚ ਬੈਠੇ ਹੋਣਗੇ ਜਿਹੜੇ ਪਰਮਾਤਮਾ ਨਾਲ ਅਭੇਦ ਹੋਣ ਵਾਸਤੇ। ਪਰ ਇੱਕ ਗੱਲ ਵੱਡੀ ਹੈ ਕਿ ਪਰਮਾਤਮਾ ਨੂੰ ਤਿਲ ਜਿੰਨਾ ਵੀ ਤਮਾ ਨਹੀਂ ਹੈ। ਉਹ ਦੇ ਕੇ ਖੁਸ਼ ਹੁੰਦਾ ਹੈ। ਅਸੀਂ ਕਿਸੇ ਤੇ ਅਹਿਸਾਨ ਕਰ ਦਈਏ ਨਾ, ਜਦ ਤੱਕ ਉਹ ਥੈਂਕਸ ਨਾ ਬੋਲੇ ਨਾ, ਤੇ ਅਸੀਂ ਕਹਿੰਦੇ ਕਿਆ ਇਹ ਬੰਦਾ ਹੈ, ਅਸੀਂ ਇੰਨਾ ਇਹਦਾ ਉਪਕਾਰ ਕੀਤਾ ਪਰ ਇਹਨੇ ਇੱਕ ਧੰਨਵਾਦ ਵੀ ਨਹੀਂ ਬੋਲਿਆ। ਮੈਨੂੰ ਇੱਕ ਘਟਨਾ ਯਾਦ ਆਉਂਦੀ ਹੈ ਇਹਦੇ ਵਿੱਚ। ਮੈਂ ਅਕਸਰ ਜਦੋਂ ਪੰਕਤੀ ਆਉਂਦੀ ਹੈ, ਇੱਕ ਬਾਹਰ ਤੋਂ ਇੱਕ ਸ਼ਰੀਰ ਆਇਆ, ਫਲੈਚਰ ਅੰਗਰੇਜ਼ ਆਇਆ ਕਿਸੇ ਪਿੰਡ ਦੇ ਵਿੱਚ। ਉਹ ਸਰਵੇ ਕਰਨ ਆਇਆ ਤੇ ਪਿੰਡ ਤੋਂ ਕੰਮ ਮੁੱਕਿਆ ਤੇ ਉਹ ਸ਼ਹਿਰ ਵੱਲ ਗੱਡੀ ਚੁੱਕ ਕੇ ਜਾਣ ਲੱਗਾ ਤੇ ਰਸਤੇ 'ਚ ਇੱਕ ਪੇਂਡੂ ਨੇ ਹੱਥ ਦੇ ਦਿੱਤਾ। ਸਾਡੀ ਪੰਕਤੀ ਹੈ, ਵੱਡਾ ਦਾਤਾ ਤਿਲ ਨਾ ਤਮਾਏ। ਉਹਨੂੰ ਤਿਲ ਜਿਨਾ ਤਮਾ ਨਹੀਂ। ਪਰ ਜਦ ਉਹਨੇ ਹੱਥ ਦਿੱਤਾ ਤੇ ਉਹ ਸਮਝ ਗਿਆ ਕਿ ਇਹਨੇ ਅੱਗੇ ਸ਼ਹਿਰ ਤੱਕ ਜਾਣਾ ਹੈ। ਉਹਨੇ ਬਿਠਾ ਲਿਆ ਉਸ ਅੰਗਰੇਜ਼ ਨੇ, ਉਹਨੂੰ ਬਹਿ ਗਿਆ। ਜਦ 15-20 ਕਿਲੋਮੀਟਰ ਸਫ਼ਰ ਤੈਅ ਹੋਇਆ, ਸ਼ਹਿਰ ਆਇਆ, ਉਤਾਰਿਆ। ਉਹ ਜਿਉਂ ਉਤਰਿਆ ਤੇ ਚੱਲ ਪਿਆ ਮੂੰਹ ਚੁੱਕ ਕੇ। ਅੰਗਰੇਜ਼ ਬੜਾ ਦੁਖੀ ਹੋਇਆ। ਉਹਨੇ ਕਿਹਾ ਬਈ ਇੱਧਰ ਆ। ਉਹਨੇ ਬੁਲਾਇਆ। ਉਹਨੇ ਕਿਹਾ ਤੈਨੂੰ ਮੈਂ 15-20 ਕਿਲੋਮੀਟਰ ਦਾ ਸਫ਼ਰ ਤੈਅ ਕਰਾਇਆ ਤੇ ਤੂੰ ਇੱਕ ਵਾਰੀ ਵੀ ਮੂੰਹ ਤੋਂ ਧੰਨਵਾਦ ਨਹੀਂ, ਥੈਂਕਸ ਨਹੀਂ ਬੋਲਿਆ। ਚੱਲ ਬੈਠ ਗੱਡੀ, ਤੈਨੂੰ ਮੈਂ ਹੁਣ ਵਾਪਸ ਉੱਤੇ ਛੱਡ ਕੇ ਆਉਣਾ। ਸਾਡਾ ਵੀ ਫਰਜ਼ ਬਣਦਾ ਹੈ ਕਿ ਪਰਮਾਤਮਾ ਨੇ ਇੰਨਾ ਕੁਛ ਦਿੱਤਾ ਹੈ, ਅਸੀਂ ਵੀ ਤਾਂ ਧੰਨਵਾਦ ਕਰੀਏ ਨਾ। ਪਰ ਉਹ ਪਰਮਾਤਮਾ ਨੂੰ ਤਿਲ ਜਿਮਨਾ ਵੀ ਤਮਾ ਨਹੀਂ ਹੈ ਕਿ ਤੁਸੀਂ ਧੰਨਵਾਦ ਕਰੋ ਜਾਂ ਨਾ ਕਰੋ। ਦੇਖੋ ਉਹਨੇ ਰੋਜੀ ਰੋਟੀ ਸਾਨੂੰ ਦੇਣੀ ਹੈ। ਤੁਸੀਂ ਜਿੰਨੇ ਮਰਜ਼ੀ ਭਾਵੇਂ ਕੋਈ ਮਾੜੇ ਕਰਮ ਵੀ ਕਰੇਗਾ ਨਾ, ਉਹਨੇ ਰੋਜੀ ਰੋਟੀ। ਰੋਜ਼ ਪੜ੍ਹਨੇ ਆ, ਹੁਣ ਪੜ੍ਹਿਆ ਹੀ ਹੈ ਨਾ, ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਸਾਡੇ ਮਾੜੇ ਕਰਮ ਦੇਖਦਿਆਂ ਵੀ ਸਾਨੂੰ ਰੋਜੀ ਰੋਟੀ ਦੇ ਰਿਹਾ, ਜੋ ਕਿ ਅਸੀਂ ਕਾਬਲ ਨਹੀਂ ਹਾਂ। ਮੈਨੂੰ ਖਿਮਾ ਕਰ ਦੇਣਾ, ਮੈਂ ਆਪਣੀ ਗੱਲ ਕਰ ਰਿਹਾ। ਸਾਡੇ ਕਰਮ ਇਤਨੇ ਮਾੜੇ ਨੇ ਕਿ ਸਾਡੇ ਮਾੜੇ ਕਰਮਾਂ ਨੂੰ ਵੀ ਨਹੀਂ ਉਹ ਵੇਖਦਾ, ਫਿਰ ਵੀ ਸਾਨੂੰ ਰੋਜੀ ਰੋਟੀ ਦੇ ਰਿਹਾ, ਕਿਉਂਕਿ ਵੱਡਾ ਦਾਤਾ ਤਿਲ ਨਾ ਤਮਾਏ। ਉਹਦਾ ਕੰਮ ਹੈ ਰੋਜੀ ਰੋਟੀ ਦੇਣਾ, ਬਸ।
ਉਹ ਭਾਵੇਂ ਕੋਈ ਮਾੜੇ ਤੋਂ ਮਾੜਾ ਬੰਦਾ ਵੀ ਹੋਏਗਾ ਨਾ, ਕਈ ਬੰਦੇ ਮਾੜੇ ਸੋਚਦੇ, ਦੇਖੋ ਅਸੀਂ ਨਾਸਤਕ ਹਾਂ, ਅਸੀਂ ਤੇ ਜਪਦੇ ਵੀ ਨਾਮ, ਤਾਂ ਵੀ ਸਾਡੇ ਕੋਲ ਲਹਿਰਾਂ ਬਹਿਰਾਂ ਨੇ, ਪਰ ਇਹ ਪਰਮਾਤਮਾ ਦਾ ਸੁਭਾਅ ਹੈ। दीन दयाल दया निध दोखन देखत है पर देत नहारे, दीनन की प्रतिपाल करे नित संत उबार गनी मन गारे, पच पशु नग नाग नरादव सर्व समय सबको प्रतिपारे। ਉਹ ਤੇ ਪੰਛੀਆਂ ਨੂੰ ਸੱਪਾਂ ਨੂੰ ਵੀ ਦੁੱਧ ਪਿਲਾਉਂਦਾ ਹੈ, ਭਾਵੇਂ ਸੱਪ ਜ਼ਹਿਰ ਵੀ ਘੋਲਦਾ ਹੈ, ਉਹ ਜਲ ਮੇ ਥਲ ਮੇ, ਉਹ ਹਰ ਜਗ੍ਹਾ ਸਾਨੂੰ ਰੋਜੀ ਰੋਟੀ ਦੇ ਰਿਹਾ ਹੈ, ਕਿਉਂਕਿ ਉਹਦਾ ਸੁਭਾਅ ਹੈ। ਤੇ ਅਸੀਂ ਅਕਿਰਤ ਕਾਨਾ, ਅਸੀਂ ਸੋਚਦੇ ਹਾਂ ਕਿ ਅਸੀਂ ਬਹਿ ਕੇ ਸਾਨੂੰ ਮਿਲਦਾ ਪਿਆ। ਕਈ ਕਹਿੰਦੇ ਦੇਖੋ ਤੁਸੀਂ ਇੰਨਾ ਸਮਾਂ ਬਾਬੇ ਵੱਲ ਲਗਾਉਂਦੇ ਹੋ, ਅਸੀਂ ਬਿਨਾਂ ਲਾਏ ਸਾਨੂੰ ਸਭ ਕੁਝ ਮਿਲਦਾ ਪਿਆ। ਅਰੇ ਉਹ ਤੇ ਉਹਦਾ ਸੁਭਾਅ ਹੈ, ਉਹ ਤੇ ਤੁਸੀਂ ਮਾੜੇ ਕੰਮ ਵੀ ਕਰੋਗੇ ਤਾਂ ਵੀ ਉਸਨੇ ਤੁਹਾਨੂੰ ਰੋਜੀ ਰੋਟੀ ਦੇਣੀ ਹੈ। ਇੱਕ ਦਿਨ ਮੂਸਾ ਪੈਗੰਬਰ ਹੋਇਆ, ਉਹਨੇ ਰੱਬ ਨਾਲ ਗੱਲਬਾਤ ਹੋਈ ਨਾ, ਅੱਲਾ ਨਾਲ। ਕਹਿੰਦੇ ਅੱਲਾ ਇੱਕ ਕੰਮ ਕਰ, ਕਹਿੰਦਾ ਦੱਸੋ, ਕਹਿੰਦਾ ਕੁਝ ਡਿਊਟੀ ਮੇਰੇ ਜ਼ਿੰਮੇ ਪਾ ਦੇ। ਰੱਬ ਨੂੰ ਅੱਲਾ ਨੂੰ ਕਹਿੰਦਾ ਕੁਝ ਡਿਊਟੀ ਮੇਰੇ ਜ਼ਿੰਮੇ ਪਾ ਦੇ। ਮੂਸਾ ਕਹਿੰਦਾ, ਤੇ ਅੱਲਾ ਕਹਿੰਦਾ ਭਾਈ ਤੂੰ ਰਹਿਣ ਦੇ, ਇਹ ਡਿਊਟੀ ਤੂੰ ਨਹੀਂ ਕਰ ਸਕਦਾ, ਇਹ ਡਿਊਟੀ ਮੇਰੇ ਸਿਰ ਹੀ ਰਹਿਣ ਦੇ। ਉਹ ਕਹਿੰਦਾ ਨਹੀਂ ਅੱਲਾ ਕੁਝ ਡਿਊਟੀ। ਕਹਿੰਦਾ ਫਿਰ ਕੀ ਚਾਹੁੰਦਾ? ਕਹਿੰਦਾ ਜਿਹੜਾ ਰਿਜ਼ਕ ਦੇਣਾ ਨਾ ਤੂੰ ਸਾਰਿਆਂ ਨੂੰ, ਇਹ ਨਾ ਕੁਝ ਡਿਊਟੀ ਮੇਰੇ ਤੇ ਲਾ ਦੇ, ਕੁਝ ਦਿਨ ਮੈਂ ਦੇਵਾਂਗਾ। ਕਹਿੰਦਾ ਨਹੀਂ ਇੱਕ ਗੱਲ ਯਾਦ ਰੱਖੀ। ਅੱਲਾ ਕਹਿੰਦਾ ਮੂਸਾ ਇੱਕ ਗੱਲ ਯਾਦ ਰੱਖੀ, ਕਿਸੇ ਨੂੰ ਭੁੱਖਾ ਨਾ ਸਵਾਈ, ਰੋਜੀ ਰੋਟੀ ਸਾਰਿਆਂ ਨੂੰ ਦੇਈ। ਦੇਖੋ ਹੁਣ ਇਸ ਗੱਲ ਤੋਂ ਧਿਆਨ ਰੱਖੋ ਕਿ ਅਸੀਂ ਮਾੜੇ ਕਰਮ ਵੀ ਕਰਨੇ ਆ ਨਾ, ਗੁਰੂ ਪਰਮਾਤਮਾ ਤਾਂ ਵੀ ਸਾਨੂੰ ਦਿੰਦਾ ਹੈ, ਕਿਉਂਕਿ ਪਿਓ ਹੈ ਨਾ ਸਾਡਾ, ਤੇ ਪਿਓ ਪੁੱਤਰ ਨੂੰ ਕਦੀ ਭੁੱਖਾ ਨਹੀਂ ਸਵਾਉਂਦਾ। ਮੂਸੇ ਨੇ ਡਿਊਟੀ ਲੈ ਲਈ, ਰੋਜ਼ ਰੋਜੀ ਰੋਟੀ ਦਵੇ ਸਾਰਿਆਂ ਨੂੰ। ਇੱਕ ਦਿਨ ਐਸਾ ਹੋਇਆ, ਮੂਸੇ ਨੇ ਇੱਕ ਜਗ੍ਹਾ ਤੇ ਕਬਰ ਤੇ ਕਬਰਿਸਤਾਨ ਤੇ ਗਿਆ। ਉੱਥੇ ਇੱਕ ਬੰਦਾ, ਮਾੜਾ ਬੰਦਾ, ਕਬਰ ਪੱਟ ਕੇ ਤੇ ਕਿਸੇ ਨਾਲ ਕੁਕਰਮ ਕਰ ਰਿਹਾ ਸੀ, ਮੁਰਦੇ ਦੇ ਨਾਲ। ਉਹ ਉਸਨੇ ਦੇਖ ਲਿਆ ਮੂਸੇ ਨੇ, ਕਹਿੰਦਾ ਇਹਨੂੰ ਤੇ ਮੈਂ ਬਿਲਕੁਲ ਰੋਜੀ ਰੋਟੀ ਨਹੀਂ ਦੇਣੀ, ਇੰਨਾ ਮਾੜਾ, ਔਰ ਪਰਮਾਤਮਾ ਪ੍ਰਤੀ ਇੰਨਾ ਮਾੜਾ ਬੋਲ ਰਿਹਾ। ਉਹਨੇ ਉਹਦੀ ਰੋਜੀ ਰੋਟੀ ਬੰਦ ਕਰ ਦਿੱਤੀ। ਇੱਕ ਦਿਨ ਬੀਤੇ, 2 ਦਿਨ ਬੀਤੇ, ਉਹ ਬੰਦਾ ਕੁਕਰਮੀ ਬੰਦਾ ਅੱਲਾ ਨੂੰ ਕਹਿੰਦਾ ਅੱਲਾ ਭਾਵੇਂ ਅਸੀਂ ਮਾੜੇ ਆ, ਪਰ ਤੂੰ ਅੱਜ ਤੱਕ ਰੋਟੀ ਤੇ ਬੰਦ ਨਹੀਂ ਕੀਤੀ, ਰੋਟੀ ਕਿਉਂ ਤੂੰ ਬੰਦ ਕਰਤੀ ਸਾਡੀ ਅੱਜ? ਉਹ ਪੁਕਾਰ ਸਿੱਧੀ ਅੱਲਾ ਕੋਲ ਪਹੁੰਚੀ। ਅੱਲਾ ਨੇ ਪੈਗੰਬਰ ਫਰਿਸ਼ਤੇ ਨੂੰ ਬੁਲਾਇਆ ਮੂਸੇ ਨੂੰ, ਮੂਸਿਆ ਰੋਟੀ ਸਭ ਨੂੰ ਰੋਜੀ ਰੋਟੀ ਦੇ ਦਿੱਤੀ ਹੈ? ਕਹਿੰਦਾ ਹਾਂ ਮੈਂ ਸਾਰਿਆਂ ਨੂੰ ਦਿੱਤੀ ਹੈ, ਜੋ ਤੁਹਾਡੀ ਡਿਊਟੀ ਸੀ ਉਹ ਮੈਂ ਨਿਭਾਈ ਹੈ, ਧਿਆਨ ਨਾਲ ਸੋਚ। ਕਹਿੰਦਾ ਹਾਂ ਇੱਕ ਬੰਦਾ ਐਸਾ ਹੈ ਜਿਹਨੂੰ ਤੂੰ ਰੋਜੀ ਰੋਟੀ ਨਹੀਂ ਦਿੱਤੀ। ਮੂਸਾ ਕਹਿੰਦਾ ਨਹੀਂ ਮੈਂ ਸਭ ਨੂੰ ਦਿੱਤੀ ਹੈ। ਅੱਲਾ ਕਹਿੰਦਾ ਨਹੀਂ ਇੱਕ ਬੰਦਾ ਹੈ। ਕਹਿੰਦਾ ਹਾਂ ਅੱਲਾ ਉਹ ਤੇ ਜੇ ਤੁਸੀਂ ਉਹਦਾ ਕਰਮ ਸੁਣੋਗੇ ਨਾ ਤੇ ਤੁਸੀਂ ਵੀ ਨਹੀਂ ਦੋਗੇ। ਉਹ ਕਬਰਾਂ ਵਿੱਚ ਇੰਨਾ ਮਾੜਾ ਕੰਮ ਕਰਦਾ ਵੇ ਤੇ ਤੁਸੀਂ ਵੀ ਅਗਰ ਇਹ ਗੱਲ ਸੁਣੋਗੇ ਤੇ ਨਹੀਂ ਦੋਗੇ। ਉਹ ਅੱਲਾ ਕਹਿੰਦਾ ਭਾਈ ਕੋਈ ਮਾੜੇ ਤੋਂ ਮਾੜਾ ਵੀ ਹੋਏਗਾ ਨਾ ਮੈਂ ਸਭ ਜਾਣਨਾ ਵਾਂ, ਕਿਉਂਕਿ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਉਹਦੇ ਕੋਲੋਂ ਕੋਈ ਛਿਪੀ ਕੋਈ ਚੀਜ਼ ਨਹੀਂ ਹੈ। ਉਹ ਤੇ ਅੱਗੋਂ ਦੇਖੇ ਪਿੱਛੋਂ ਦੇਖੇ, ਤੁਝ ਤੇ ਕਹਾਂ ਛੁਪਾਵੇ। ਉਹ ਤੇਰੇ ਤੋਂ ਕੋਈ ਚੀਜ਼ ਛੁਪੀ ਨਹੀਂ। ਅਸੀਂ ਭਾਵੇਂ 7 ਪਰਦਿਆਂ ਵਿੱਚ ਮਾੜੇ ਕੰਮ ਵੀ ਕਰ ਲਈਏ ਨਾ, ਪਰਮਾਤਮਾ ਤੋਂ ਨਹੀਂ ਵੀ ਅਸੀਂ ਛੁਪ ਸਕਦੇ। ਤੇ ਪਰਮਾਤਮਾ ਕਹਿੰਦਾ ਇਹੀ ਉਹ ਤੇਰੇ ਔਰ ਸਾਡੇ ਜੀਵਾਂ ਔਰ ਮੇਰੇ 'ਚ ਫਰਕ ਹੈ। ਤੁਸੀਂ ਬੰਦੇ ਵੇਖ ਕੇ ਕੋਈ ਤੁਸੀਂ ਕਿਸੇ ਦੇ ਉੱਤੇ ਤਰਸ ਕਰਦੇ ਹੋ ਤੇ ਉਹਦੇ ਉੱਤੇ ਆਸ ਰੱਖਦੇ ਹੋ ਧੰਨਵਾਦ ਕਰੇਗਾ, ਤੇ ਜੇ ਕੋਈ ਮਾੜਾ ਕਰਦਾ ਹੈ ਉਹਦੇ ਵਾਸਤੇ ਈਰਖਾ ਕਰਦੇ ਹੋ। ਪਰ ਮੇਰਾ ਸੁਭਾਅ ਇਸ ਤਰ੍ਹਾਂ ਨਹੀਂ ਹੈ। ਵੱਡਾ ਦਾਤਾ ਤਿਲ ਨਾ ਤਮਾਏ, ਉਹ ਵੱਡਾ ਦਾਤਾ ਹੈ, ਉਹਨੂੰ ਤਿਲ ਜਿੰਨਾ ਵੀ ਤਮਾ ਸਵਾਰਥ ਨਹੀਂ ਹੈ, ਲਾਲਚ ਨਹੀਂ ਹੈ ਕਿ ਮੈਂ ਜੀਵਾਂ ਨੂੰ ਰੋਜੀ ਰੋਟੀ ਦੇ ਰਿਹਾ ਵਾਂ। ਦੇਖੋ ਇਤਨੇ ਲੰਬੇਰੇ ਸਮੇਂ ਤੋਂ ਸਾਨੂੰ ਸਵਾਸ ਦੇ ਰਿਹਾ ਹੈ, ਹਵਾ ਦੇ ਰਿਹਾ ਹੈ, ਕਦੀ ਉਹਨੇ ਜਤਾਇਆ?
ਉਹਨੇ ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਇੰਨਾ ਕੁਛ ਦਿੰਦਾ ਸਾਨੂੰ। ਉਹਨੇ ਕਦੀ ਕਿਹਾ ਉੱਠ ਕੇ, ਹਾਂ ਇਹ ਮੈਂ ਜ਼ਰੂਰ ਸੁਣਿਆ, ਹੇ ਪਰਮਾਤਮਾ ਤੂੰ ਮੈਨੂੰ ਇਹ ਨਹੀਂ ਦਿੱਤਾ, ਇਹ ਨਹੀਂ ਦਿੱਤਾ। ਪਰ ਪਰਮਾਤਮਾ ਨੇ ਕਦੀ ਕਿਹਾ, ਜੇ ਤੂੰ ਇਹ ਕਹਿ ਰਿਹਾ ਤੇ ਇੰਨਾ ਕੁਛ ਤੈਨੂੰ ਮੈਂ ਦਿੱਤਾ ਹੈ, ਉਹਦੇ ਬਦਲੇ ਮੈਨੂੰ ਕੀ ਦਿੱਤਾ ਹੈ ਤੂੰ? ਉਹ ਇੱਕ ਪਰਮਾਤਮਾ ਐਸਾ ਹੈ ਜਿਹੜਾ ਜੀਵਾਂ ਨੂੰ ਦੇਣ ਤੋਂ ਬਾਅਦ ਪਛਤਾਉਂਦਾ ਨਹੀਂ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛਤਾਏ। ਉਹ ਪਰਮਾਤਮਾ ਪਛਤਾਉਂਦਾ ਨਹੀਂ। ਅਸੀਂ ਇੱਕ ਰਿਸ਼ਤੇਦਾਰ ਨੂੰ 10-20 ਹਜ਼ਾਰ ਦੀ ਮਦਦ ਕਰ ਲਈਏ ਨਾ, ਤੇ ਜਦ ਤੱਕ ਉਹ ਮੂੰਹੋਂ ਧੰਨਵਾਦ ਨਾ ਕਰਦੇ ਆ, ਸਭ ਜਗ੍ਹਾ ਦੱਸ ਨਾ ਦਵੇ ਨਾ, ਤੇ ਮੈਨੂੰ ਖਿਮਾ ਕਰ ਦੇਣਾ, ਰੋਟੀ ਨਹੀਂ ਹਜਮ ਹੁੰਦੀ। ਪਰ ਪਰਮਾਤਮਾ ਇਤਨੇ ਇਹਸਾਨ ਕਰਕੇ, ਇਤਨਾ ਕੁਛ ਦੇਣ ਤੇ ਬਾਅਦ ਉਹ ਪਛਤਾਉਂਦਾ ਨਹੀਂ ਕਿ ਇਹ ਅਲਪਗ ਜੀਵ ਮੇਰਾ ਸ਼ੁਕਰਾਨਾ ਵੀ ਨਹੀਂ ਕਰਦੇ। ਤਾਂ ਗੁਰੂ ਸਾਹਿਬ ਕਹਿੰਦੇ ਨੇ, ਉਹਨੂੰ ਤਿਲ ਜਿੰਨਾ ਵੀ ਤਮਾ ਨਹੀਂ ਹੈ, ਕੇਤੇ ਮੰਗ ਹੈ ਜੋਧ ਅਪਾਰ। ਫਿਰ ਮਹਾਰਾਜ ਇਸ ਦਰ ਤੋਂ ਕੌਣ ਕੌਣ ਮੰਗ ਰਿਹਾ ਹੈ? ਮਹਾਰਾਜ ਕਹਿੰਦੇ ਨੇ, ਵੱਡੇ ਵੱਡੇ ਯੋਧੇ ਵੀ ਤੇਰੇ ਦਰ ਦੇ ਭਿਖਾਰੀ ਨੇ। ਤੁਸੀਂ ਦੇਖੋ, ਜਿੰਨਾ ਜ਼ਿਆਦਾ ਮਾਇਆ ਹੋਏਗੀ ਨਾ, ਉਹ ਵੱਡਾ ਭਿਖਾਰੀ ਹੋਏਗਾ। ਮੈਨੂੰ ਖਿਮਾ ਕਰ ਦੇਣਾ, ਸਾਰੇ ਭਿਖਾਰੀ, ਜਗਤ ਭਿਖਾਰੀ। ਉਹਨੇ ਪੜਿਆ ਨਾ, ਫਿਰਤ ਹੈ ਸਭ ਕੋ ਦਾਤਾ ਰਾਮ। ਉਹ ਦਾਤਾ ਭਿਖਾਰੀ, ਅਸੀਂ ਸਭ ਭਿਖਾਰੀ ਹਾਂ। ਅਸੀਂ ਸਭ ਹੁਣੇ ਮੰਗਿਆ ਨਾ, ਦੇ ਦੇ, ਹੁਣੇ ਮੰਗਿਆ ਸਭ ਕੁਝ ਅਸੀਂ ਪਰਮਾਤਮਾ ਕੋਲੋਂ। ਜਪਜੀ ਸਾਹਿਬ ਆਖੇ ਮੰਗੇ ਦੇ ਦੇ, ਦਾਤ ਸਭ ਮੰਗ ਰਹੇ ਹਾਂ। ਸਵੇਰੇ ਉੱਠ ਕੇ ਸਭ ਮੰਗੀਦਾ ਗੁਰੂ ਦੇ ਚਰਨਾਂ ਵਿੱਚ। ਜਿਤਨਾ ਕੁਛ ਤੁਸੀਂ ਸੰਸਾਰ ਵਿੱਚ ਵੱਡੇ ਤੋਂ ਵੱਡੇ ਦਾਨੀ ਦੇਖੋਗੇ ਨਾ, ਉਹ ਉਹਨੇ ਵੱਡੇ ਭਿਖਾਰੀ ਨੇ। ਜਿਤਨੇ ਪਾਤਸ਼ਾਹ, ਸ਼ਾਹ, ਰਾਜੇ, ਖਾਨ, ਉਮਰਾਵ, ਸਿਕਦਾਰ ਹੈ, ਤਿਤਨੇ ਸਭ ਹਰ ਕੇ ਕੀਏ। ਜੋ ਕਿਛ ਹਰ ਕਰਾਏ ਸੋ ਓਏ ਕਰੇ, ਸਭ ਹਰ ਕੇ ਅਰਥੀਏ। ਅਰਥੀਏ ਤੋਂ ਭਾਵ ਮੰਗਤੇ। ਜਿਤਨੇ ਰਾਜੇ ਪਾਤਸ਼ਾਹ ਹੋਏ ਨੇ, ਹੋਣਗੇ, ਔਰ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੇ ਹੋਣਗੇ, ਉਹ ਵੀ ਪਰਮਾਤਮਾ ਦੇ ਅਰਥੀਏ ਨੇ, ਮੰਗਤੇ ਨੇ, ਕਿਉਂਕਿ ਸਾਰੇ ਹੀ ਭਿਖਾਰੀ ਨੇ। ਤੇ ਗੁਰੂ ਸਾਹਿਬ ਕਹਿ ਰਹੇ ਨੇ, ਕੇਤੇ ਮੰਗ ਹੈ ਜੋਧ ਅਪਾਰ। ਵੱਡੇ ਵੱਡੇ ਯੋਧੇ ਵੀ, ਸੂਰਵੀਰ ਸਾਰੇ ਹੀ, ਜਿਨ੍ਹਾਂ ਦੀ ਗਿਣਤੀ ਪਰੇ ਹੈ, ਉਹ ਵੀ ਤੇਰੇ ਦਰ ਤੋਂ ਆ ਕੇ ਮੰਗਦੇ ਨੇ। ਕੇਤਿਆਂ ਗਣਤ ਨਹੀਂ ਵਿਚਾਰ। ਉਹਨਾਂ ਦੀ ਗਿਣਤੀ ਦੀ ਵਿਚਾਰ ਨਹੀਂ ਹੋ ਸਕਦੀ ਕਿ ਕੋਈ ਪੁੱਛੇ ਕਿੰਨੇ ਕੁ ਨੇ ਮੰਗਣ ਵਾਲੇ। ਪਾਤਸ਼ਾਹ ਕਹਿੰਦੇ ਨੇ, ਉਹਨਾਂ ਦੀ ਵਿਚਾਰ ਨਹੀਂ ਹੋ ਸਕਦੀ, ਕਿਉਂਕਿ ਉਹ ਬੇਅੰਤੀ ਨੇ, ਮੰਗਣ ਵਾਲਿਆਂ ਦੀ ਗਿਣਤੀ ਬਹੁਤ ਹੈ। ਕੇਤੇ ਖਾਬ ਟੁੱਟਹਿ ਵੇਕਾਰ। ਪਰ ਕਈ ਮੇਰੇ ਵਰਗੇ ਵੀ ਨੇ, ਵਿਕਾਰਾਂ ਦੇ ਵਿੱਚ ਗਰਸੇ ਹੋਏ, ਆਪਣੇ ਜੀਵਨ ਰੂਪੀ ਇਸ ਰਾਤ ਨੂੰ ਖਤਮ ਕਰਦੇ ਜਾ ਰਹੇ ਨੇ। ਰਹਿਣ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਈ ਵਿਕਾਰਾਂ ਦੇ ਵਿੱਚ ਹੀ ਉਹ ਸਮਝਦੇ ਨੇ ਵਿਕਾਰ ਹੀ ਸਾਡੀ ਦੁਨੀਆ ਹੈ, ਤਾਂ ਉਸ ਤੋਂ ਪਰੇ ਆਉਂਦੇ ਹੀ ਨਹੀਂ ਹੈ। ਜਿਸ ਤਰ੍ਹਾਂ ਕੂਪ ਪਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਬੂਝ, ਐਸੇ ਮੇਰਾ ਮਨ ਵਿਖਿਆ ਮਿਮੋਇਆ, ਕਛ ਆਰਾ ਪਾਰ ਨਾ ਸੂਝ। ਜਿਸ ਤਰ੍ਹਾਂ ਡੱਡੂ ਹੁੰਦਾ ਨਾ, ਉਹ ਸਮੁੰਦਰ ਹੀ ਸਮਝਦਾ ਆਪਣੇ ਖੂਹ ਦੇ ਨੂੰ। ਤੇ ਜਿਹੜੇ ਵਿਕਾਰੀ ਬੰਦੇ ਹੁੰਦੇ ਨੇ ਨਾ, ਉਹ ਵਿਕਾਰਾਂ ਨੂੰ ਹੀ ਆਪਣਾ ਜੀਵਨ ਸਮਝਦੇ ਨੇ। ਉਹ ਵੇਖਦੇ ਹੀ ਨਹੀਂ ਕਿ ਇਸ ਵਿਕਾਰਾਂ ਤੋਂ ਬਾਹਰ ਵੀ ਇੱਕ ਨਾਮ ਰੂਪੀ ਸਮੁੰਦਰ ਹੈ, ਜਿਹਦੇ ਵਿੱਚ ਅਸੀਂ ਤਰ ਕੇ ਇਸ ਸੰਸਾਰ ਤੋਂ, ਭਵ ਸਾਗਰ ਤੋਂ ਪਾਰ ਹੋਣਾ ਹੈ। ਤਾਂ ਮਹਾਰਾਜ ਕਹਿੰਦੇ ਨੇ, ਕਈ ਐਸੇ ਨੇ ਜਿਹੜੇ ਕੇਤੇ ਖੱਪ ਟੁੱਟ ਹੈ ਵੇਕਾਰ। ਵਿਕਾਰਾਂ ਦੇ ਵਿੱਚ ਖੱਪ ਕੇ ਹੀ ਆਪਣੇ ਜੀਵਨ ਨੂੰ ਖਤਮ ਕਰ ਜਾਂਦੇ ਨੇ। ਕੇਤੇ ਲੈ ਲੈ ਮੁਕਰ ਪਾਹੇ। ਕਈਆਂ ਨੂੰ ਸੋਝੀ ਨਹੀਂ ਹੁੰਦੀ ਨਾ, ਉਹ ਹੱਕ ਪਰਾਇਆ ਖਾ ਕੇ ਮੁਕਰ ਜਾਂਦੇ ਨੇ। ਦੇਖੋ, ਗੁਰੂ ਨਾਨਕ ਦੇ ਘਰ ਦੀ ਪੜ੍ਹਾਈ, ਜੇ ਤੁਸੀਂ ਗੁਰਬਾਣੀ ਪੜ੍ਹਦੇ ਹੋ ਨਾ, ਤੇ ਕਿਸੇ ਦਾ ਵੀ 1 ਰੁਪਈਆ ਵੀ, 1 ਪਾਈ ਵੀ ਕਿਸੇ ਦੀ ਨਾ ਖਾਓ। ਇਹਦਾ ਵੀ ਤੁਹਾਡਾ ਕਰਮ ਬਣ ਜਾਣਾ ਹੈ। ਕਿਉਂ? ਕਿਉਂਕਿ ਗੁਰੂ ਨਾਨਕ ਨੇ ਸੁੱਚੀ ਕਿਰਤ ਕਿਹਾ, ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ।
ਜਿਹੜਾ ਗੁਰੂ ਸਾਨੂੰ ਹੱਥੋਂ ਦੇ ਕੇ ਭਲਾ ਮਨਾਉਣ ਦੀ ਗੱਲ ਕਰਦਾ ਹੈ, ਉਹ ਹੱਕ ਪਰਾਏ ਦੀ ਗੱਲ ਕਿਸ ਤਰ੍ਹਾਂ ਕਰ ਸਕਦਾ ਹੈ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਮਹਾਰਾਜ ਕਹਿੰਦੇ ਨੇ ਘਾਲ ਨਾ ਕਰਕੇ, ਤੂੰ ਮਸ਼ੱਕਤ ਕਰਕੇ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਹੱਕ ਨਹੀਂ ਕਿਸੇ ਪਰਾਏ ਦਾ ਖਾਣਾ, ਉਹਦਾ ਤੇਰਾ ਇੱਕ ਕਰਮ ਬਣ ਜਾਏਗਾ। ਕਈ ਮੈਂ ਵੇਖਣਾ ਵੇ ਕਿ ਕਈ ਇਸ ਪੰਕਤੀ ਦੇ ਉੱਤੇ ਹੀ ਨਾ, ਮੈਂ ਇੱਕ ਜਗ੍ਹਾ ਤੇ ਗੱਲ ਕਰ ਰਿਹਾ ਤੇ ਕਹਿੰਦਾ ਗੁਰੂ ਸਾਹਿਬ ਨੇ ਕਿਹਾ ਕਿ ਕਿਸੇ ਦਾ ਖਾ ਲਓ ਤੇ ਮੁਕਰ ਜਾਓ, ਕਿਤੇ ਲੈ ਲੈ ਮੁਕਰ ਪਾਹੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਨਾ ਭਾਈ ਸੁਥਰੇ ਸ਼ਾਹ ਹੋਇਆ, ਬੜੀਆਂ ਸੋਹਣੀਆਂ ਕਵਿਤਾ ਪੜ੍ਹਦਾ ਸੀ, ਬੜਾ ਗਿਆਨ ਸੀ ਉਹਨੂੰ। ਤੇ ਸਾਹਮਣੇ ਗੁਰੂ ਸਾਹਿਬ ਦੇ ਅਨੰਦਪੁਰ ਸਾਹਿਬ ਤੋਂ ਨਹੀਂ ਕਲਵਾਈ ਸੀ। ਉਹ ਰੋਜ਼ ਸਵੇਰੇ ਜਾਏ, ਦੁੱਧ ਪੀਏ, ਮਲਾਈ ਖਾਵੇ, ਰਬੜੀ ਖਾਵੇ, ਉਹਦੇ ਕੋਲੋਂ ਮਿਠਾਈਆਂ ਖਾਵੇ, ਤੇ ਪੈਸੇ ਨਾ ਦੇਵੇ। ਉਹਨੂੰ ਕਿਹਾ ਕੱਲ੍ਹ ਦਾਂਗਾ, ਕੱਲ੍ਹ ਦਾਂਗਾ। ਉਹ ਕਰਦੇ ਕਰਦੇ ਬਹੁਤ ਰੁਪਈਆ ਹੋ ਗਿਆ, ਉਸ ਵੇਲੇ ਦੀ ਗੱਲ ਹੈ। ਹਲਵਾਈ ਨੇ ਇੱਕ ਦਿਨ ਗੁੱਸੇ ਨਾਲ ਮੰਗਿਆ ਤੇ ਕਹਿੰਦਾ ਮੈਂ ਤੁਹਾਡੇ ਦੇਣੇ ਹੀ ਕਿਹੜੇ ਨੇ। ਉਹ ਹਲਵਾਈ ਭਰੇ ਦੀਵਾਨ ਵਿੱਚ ਆ ਗਿਆ। ਦੀਵਾਨ ਦੀ ਸਮਾਪਤੀ ਹੋਈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਮਹਾਰਾਜ ਤੁਹਾਡਾ ਇੱਕ ਸਿੱਖ ਹੈ, ਇਹ ਮੇਰੇ ਕੋਲੋਂ ਉਹਨੇ ਆਪਣੇ ਖਾਤਾ ਕੱਢ ਲਿਆ। ਕਹਿੰਦਾ ਮੈਂ ਦੇਖੋ ਖਾਤੇ ਵਿੱਚ ਇਹ ਰੋਜ਼ ਮੇਰੇ ਕੋਲੋਂ ਦੁੱਧ ਪੀਂਦਾ ਰਿਹਾ, ਰਬੜੀਆਂ ਖਾਂਦਾ ਰਿਹਾ, ਮਠਾਈਆਂ ਖਾਂਦਾ ਰਿਹਾ। ਪੈਸੇ ਪੁੱਛਾਂ ਤੇ ਕੱਲ ਕਹੀ ਜਾਵੇ ਤੇ ਹੁਣ ਮੰਗ ਰਿਹਾ, ਤੇ ਹੁਣ ਕਹਿੰਦਾ ਕਿ ਮੈਂ ਖਾਧਾ ਹੀ ਕੁਛ ਨਹੀਂ। ਮਹਾਰਾਜ ਨੇ ਕਿਹਾ ਸੁਥਰੇ ਸ਼ਾਹ ਇਹ ਸੱਚ ਕਹਿ ਰਿਹਾ ਹਲਵਾਈ? ਕਹਿ ਰਿਹਾ ਨਹੀਂ ਮਹਾਰਾਜ ਝੂਠ ਕਹਿ ਰਿਹਾ, ਮੈਂ ਤੇ ਖਾਧਾ ਹੀ ਨਹੀਂ। ਕਹਿੰਦਾ ਉਹਦਾ ਖਾਤਾ ਬੋਲ ਰਿਹਾ, ਮਹਾਰਾਜ ਕਹਿ ਰਹੇ ਨੇ। ਜਦ ਮਹਾਰਾਜ ਨੇ ਦੁਬਾਰਾ ਪੁੱਛਿਆ, ਕਹਿੰਦਾ ਹਾਂ ਮਹਾਰਾਜ ਪਰ ਤੂੰ ਪੈਸੇ ਕਿਉਂ ਨਹੀਂ ਦਿੱਤੇ? ਕਹਿੰਦਾ ਮਹਾਰਾਜ ਤੁਹਾਡੀ ਤੇ ਪੰਕਤੀ ਹੈ, ਕੇਤੇ ਲੈ ਲੈ ਮੁਕਰ ਪਾਏ, ਲੈ ਕੇ ਮੁਕਰ ਜਾਓ। ਤੇ ਮਹਾਰਾਜ ਕਹਿੰਦੇ ਨੇ ਅਗਲੀ ਪੰਕਤੀ ਵੀ ਤੇ ਪੜ੍ਹਨਾ। ਕਹਿੰਦੇ ਨੇ ਦੂਜੇ ਸਿੱਖਾਂ ਵਾਸਤੇ ਕਰ ਦਿਓ ਉਹਨੂੰ, ਮੇਰੇ ਵਾਸਤੇ ਹੀ। ਅਸੀਂ ਆਪਣੀ ਮਰਜ਼ੀ ਦੀ ਪਰ ਜਿਹੜੀ ਪੰਕਤੀ ਉਹ ਆਪਣੇ ਤੇ ਢੁਕਾ ਕੇ ਨਾ ਆਪਣੇ ਜੀਵਨ ਨੂੰ ਆਪਣੇ ਹਿਸਾਬ ਨਾਲ ਚਲਾ ਲੈਂਦੇ ਹਾਂ, ਮੈਨੂੰ ਖਿਮਾ ਕਰ ਦੇਣਾ। ਤੇ ਮਹਾਰਾਜ ਕਹਿੰਦੇ ਨੇ ਭਲਿਆ ਗੁਰਬਾਣੀ ਹਮੇਸ਼ਾ ਸਵਾਲ ਤੇ ਜਵਾਬ ਦਿੰਦੀ ਹੈ। ਇਹ ਜਿਹੜੀ ਪਹਿਲੀ ਪੰਕਤੀ ਹੈ ਨਾ, ਕੇਤੇ ਲੈ ਲੈ ਮੁਕਰ ਪਾਹੇ, ਤੇ ਮਹਾਰਾਜ ਕਹਿੰਦੇ ਨੇ ਅੱਗੋਂ ਕਹਿੰਦੇ ਨੇ ਕੇਤੇ ਮੂਰਖ ਖਾਹੀ ਖਾਹੇ। ਉਹ ਮੂਰਖ ਨੇ ਜਿਹੜੇ ਇਸ ਪਰਾਏ ਧਨ ਨੂੰ ਖਾਂਦੇ ਨੇ। ਗੁਰੂ ਸਾਹਿਬ ਨੇ ਆਪਣੇ ਖਜ਼ਾਨੇ ਦੇ ਵਿੱਚੋਂ ਉਸ ਹਲਵਾਈ ਨੂੰ ਮਾਇਆ ਦਿੱਤੀ ਤੇ ਇੱਕ ਸਾਰਿਆਂ ਨੂੰ ਸੇਧ ਦਿੱਤੀ, ਭਾਈ ਜਿਹੜਾ ਵੀ ਕੋਈ ਵਪਾਰ ਕਰੇ, ਕੋਈ ਵੀ ਅਗਰ ਕਾਰਜ ਕਰਦਾ ਹੈ ਤੇ ਉਹਦੇ ਵਿੱਚ ਜੇ ਕਿਸੇ ਦੀ ਕੋਈ ਮਾਇਆ ਖਾਂਦਾ ਹੈ, ਮੈਨੂੰ ਇੱਕ ਗੱਲ ਖਿਮਾ ਕਰ ਦੇਣਾ, ਉਹ ਸਿੱਧੀ ਉਂਗਲ ਗੁਰੂ ਵੱਲ ਜਾਂਦੀ ਹੈ ਕਿ ਇਹ ਗੁਰੂ ਦੇ ਐਸੇ ਸਿੱਖ ਨੇ ਜਿਨ੍ਹਾਂ ਨੇ ਇਹ ਸਾਡੀ ਮਾਇਆ ਖਾਧੀ ਹੈ। ਤਾਂ ਗੁਰੂ ਸਾਹਿਬ ਇੱਥੇ ਇਹ ਸਮਝਾਉਣਾ ਚਾਹ ਰਹੇ ਨੇ, ਭਾਈ ਜਿਹੜੇ ਪਰਾਇਆ ਹੱਕ ਖਾਂਦੇ ਨੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਹੇ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਸਮਝ ਲਓ ਇਸ ਤਰ੍ਹਾਂ ਜੇ ਮਹਾਰਾਜ ਕਹਿੰਦੇ ਨੇ ਹੱਕ ਪਰਾਇਆ ਖਾਣ ਤੋਂ ਭਾਵ ਇਹ ਵੇ, ਹਿੰਦੂ ਵਾਸਤੇ ਗਾਂ ਖਾਣ ਦੇ ਬਰਾਬਰ ਹੈ ਤੇ ਮੁਸਲਮਾਨ ਵਾਸਤੇ ਸੂਰ ਖਾਣ ਦੇ ਬਰਾਬਰ ਹੈ। ਤੇ ਉਸ ਦਰਗਾਹ ਦੇ ਵਿੱਚ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਇਹ ਮੁਰਦਾ ਖਾਣ ਦੇ ਬਰਾਬਰ ਹੈ ਹੱਕ ਪਰਾਇਆ ਦਾ। ਤੇ ਉਹਦੇ ਉਸ ਦਰਗਾਹ ਦੇ ਵਿੱਚ ਨਾ ਗੁਰੂ ਨੇ ਨਾ ਪਰਮਾਤਮਾ ਨੇ ਹਾਮੀ ਭਰਨੀ ਹੈ ਤੇਰੀ। ਤੋ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕੇਤੇ ਮੂਰਖ ਖਾਹੀ ਖਾਏ, ਕੇਤਿਆਂ ਦੂਖ ਭੂਖ ਸਦ ਮਾਰ। ਵਾਹ, ਇਹ ਬੇਦਾਤ ਤੇਰੀ ਦਾਤਾਰ। ਮੈਨੂੰ ਕਈ ਵਾਰੀ ਹੱਸੀ ਆਉਂਦੀ ਹੈ, ਅਸੀਂ ਗੱਡੀਆਂ ਤੇ ਲਿਖਵਾ ਦਿੰਦੇ ਹਾਂ ਨਾ, ਇਹ ਬੇਦਾਤ ਤੇਰੀ ਦਾਤਾਰ। ਅੱਛੀ ਗੱਲ ਹੈ, ਵੈਸੇ ਪੰਕਤੀ ਸੰਪੂਰਨ ਨਹੀਂ ਹੈ, ਮੈਨੂੰ ਖਿਮਾ ਕਰ ਦੇਣਾ। ਵੈਸੇ ਵੀ ਪੰਕਤੀ ਉਹੀ ਲਿਖਾਓ ਜਿਹਦਾ ਤਤ ਸਾਰ ਨਾਲ ਲੱਭੇ। ਇਹ ਬੇਦਾਤ ਤੇਰੀ ਦਾਤਾਰ ਕਿਹੜੀ? ਕੇਤਿਆਂ ਕਿੰਨੀਆਂ, ਦੁੱਖ ਭੂਖ ਸਦਮਾਰ। ਕਈ ਸਰੀਰ ਸਾਧ ਸੰਗਤ ਜੀ ਐਸੇ ਹੁੰਦੇ ਨੇ, ਕਰਮਾਂ ਕਰਕੇ, ਆਪਣੇ ਕਰਮਾਂ ਕਰਕੇ ਸਾਰੀ ਉਮਰ ਦੁੱਖ ਭੋਗਦੇ ਨੇ। ਭੁੱਖ ਹੀ ਉਹਨਾਂ ਨੂੰ, ਇੱਕ ਦੁੱਖ ਗਿਆ, ਦੂਜਾ ਆ ਗਿਆ, ਦੂਜਾ ਗਿਆ, ਉਹ ਹਮੇਸ਼ਾ ਚਿੰਤਾਵਾਂ ਵਿੱਚ ਹੀ ਰਹਿੰਦੇ ਨੇ। ਪਰ ਜੇ ਬਖਸ਼ਿਸ਼ ਹੋਵੇ, ਅਸੀਂ ਤੇ ਗੱਡੀ ਤੇ ਲਿਖਵਾਤਾ ਇਹ ਬੇਦਾਤ ਤੇਰੀ ਦਾਤਾਰ, ਤੇ 4 ਦਿਨ ਸਾਨੂੰ ਕੋਈ ਰੋਟੀ ਨਾ ਮਿਲੇ ਤੇ ਅਸੀਂ ਇਹ ਪੰਕਤੀ ਨੂੰ ਗਾ ਸਕਨੇ ਹਾਂ। ਇਹ ਅਵਸਥਾ ਦੀ ਪੰਕਤੀ ਹੈ।
कि जे रब्बा तू मैनू दुख भी दे देगा, पहाड़ जिन्ने दुख भी दे देगा, भुख भी मैनू सेरनी पवे तां भी मैं तेरी दात समझ लवांगा। देखो जे तुहानू कोठी बख्शिश कीती है तो समझ आ रही है ਉਹਦੀ ਦਾਤ ਦਾ शुकराना कर रहे हैं। कदी किसी ਨੂੰ दुख मिलिया होए ਉਹਦਾ शुकराना करना आउंदा कोई? ਉਹਨੂੰ ਖਿਮਾ कर देना। मैं भी शामिल हाँ, ये नहीं कि मैं बोल रहा या गुरु साहब वालों उपदेश दे रहा तो मैं भी इस पंक्ति ते पूरा उतर रहा। कोई विरले होंदे ने दुख वेले भी प्रभु का शुकराना करन आंदे ने। सतगुर शुक्र है। देखो अज तक एक गल ध्यान देना जरा, गुरुद्वारे असीं जाईदा, कई मंदिर जाते हैं, जिथे जिथे अपने ईष्ट नूं मनदे ने मुबारक है। असीं गुरु ग्रंथ साहिब दे अगे हो के तुसीं मैं या संगत विचों किसी ने दुख मंगिया अज तक? मन दसो किसी ने मंगिया होवे मेरे समेत कि रब्बा मेरे को दुख नहीं, मन दुख दे दे। हाँ, सुखां दी ते लिस्ट मेरे को बहुत है और मैं बचपन तो ही मंगदा आ रहा। शायद आप जी भी मंगते हो, नहीं मंगते तो उच्ची अवस्था है, बहुत वधिया गल है। सारे सुख मंगते ने। दसो किहड़ा बंदा है जिहड़ा सुख नहीं मंगदा? मंगते हैं ना। किसी ने दुख मंगया? मैं इतिहास पढ़ना ना, जदों एक ने दुख मंगया सी, वो पता कौन सी? वो सी किशन दी भूआ, ਉਹਦਾ नाम सी कुंती। जब किशन महाराज खुश होए ना तो उन्हें कहा, भूआ फूफी किया उन्होंने, जो भी अखर इतिहास दे ने, मैं तुहाडे ते बड़ा प्रसन्न हाँ, मंग लो। ते किशन महाराज को पता की मंगया उन्हें? कहंदा जे तुसी त्रुठे हो ना मेरे ते, तुसी अवस्था दे मालक हो, जे तुसी त्रुठे हो ते मेरी झोली विच दुख ते भुख पा दो। केतियां दुख भूख सद मार। ते वो हैरान हो गए किशन महाराज। कहते लखां बंदे मेरे को मंगण आए, कोई पुत, कोई दुध, ते कोई मकान, ते कोई की, कोई दुनियावी सुख, ते हे कुंती भूआ तू मेरे को दुख ते भुख मंगन लगी है। कहते मनु वापस ना भेजना। तू ये क्यों मंग रही है? कहते ये मैं इस करके मंग रही हाँ, ये तू मनु याद रहना है। कोई खड़ा होके गुरु ग्रंथ साहिब दे अगे, महाराज बड़े दिन हो गए ने मनु दुख नहीं मिलिया, एक वड्डा सारा दुख मनु भेज दे। ये तो गुरु गोबिंद सिंह वर्गे महाराज ही हो सकते हैं, जिहड़ी इस दात नूं ही उन्हें दात समझ के। कोई नहीं कहता होना गुरु साहब शुक्र है तुहाडा तुसीं मनु दुख भेजिया है। ये तो चारों लाल शहादत का जाम पीण तो बाद गुरु साहब कहते ने शुक्र है जिसकी बस्त इस आगे राखे, प्रभ की आज्ञा माने माते। ये शुक्र देखो मिठा असीं कद बनाने हैं? जदों खुशी का माहौल होंदा है ना, कि घर विच मौत होई होए असीं कहांगे चलो मिठा बना लो। नहीं, कदी नहीं बनाया। कदी तुसी घर गजरेला बनाना है, तुसी घर आइसक्रीम, कुछ भी मिठा, गुलाब जामुन ले लो, मिठाई ले लो, कदों करदे हो? जे कोई मौत होई होए करोगे? कोई नहीं करेगा। गुरु साहब ने की कहा है? देग बनाओ। देग सब तो मिठी है, पता है? गुरु साहब ने वो भाणा मन्निया। इस गल का जिक्र हुण अगे आ रहा है कि गुरु साहब कहते हैं हर खुशी जे भाणा वे ते हर मौत भी एक भाणा है। दोनों चीज़ां भाणे विच ने, उहदे शुकराने विच ने। जे दुख आया वो भी किन्ने दिता है? साडे कर्मां ने। उन्होंने सैट करो। जे सुख आया तो सुख नूं शुकराना किहदा करना है? गुरु दा करना है। तो गुरु साहब इत्थे ये ख्याल दे रहे ने कि केतियां दुख भूख सद मार। कई सारी उम्र दुख ते भुख दी मार ही चीज रहिंदे ने, पर वो ऐसी अवस्था दे मालक बन जाते हैं। कहते हैं ए बेदात, इत्थे बी नहीं पढ़ना, बब्बे नूं सिहारी है। ए बेदात तेरी दातार, हे दाता ये भी तेरी दात है। दसो घर कोई मौत हो जाए तुसीं कहोगे शुक्र है महाराज ये तेरी दात है तू दिती है? नहीं,
ਤੇ ਮਹਾਰਾਜ ਕਹਿੰਦੇ ਨੇ ਇਹ ਵੀ ਉਹਦੀ ਦਾਤ ਹੀ ਹੈ। ਇਹ ਅਵਸਥਾ ਦੀ ਖੇਡ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ। ਅੱਗੋਂ ਕਹਿੰਦੇ ਨੇ ਬੰਦ ਖਲਾਸੀ ਭਾਣੇ ਹੋਏ। ਬੰਦ ਹੁੰਦੇ ਨੇ ਬੰਧਨ, ਤੇ ਖਲਾਸੀ ਹੁੰਦੇ ਨੇ ਉਹਦੇ ਤੋਂ ਛੁਟਕਾਰਾ ਪਾਉਣਾ। ਆਪਣੇ ਬੰਧਨਾਂ ਤੋਂ ਸਾਡੇ ਕਈ ਬੰਧਨ ਪਏ ਨੇ, ਤੇ ਮਹਾਰਾਜ ਕਹਿੰਦੇ ਨੇ ਸਾਡੇ ਬੰਧਨਾਂ ਦੀ ਖਲਾਸੀ ਉਸ ਦੀ ਰਜ਼ਾ ਵਿੱਚ ਹੈ, ਉਹਦੇ ਭਾਣੇ ਵਿੱਚ ਹੈ। ਹੋਰ ਕੋਈ ਸਾਡੇ ਕੋਲ ਬਿਨਾਂ ਰਜਾ ਤੋਂ ਅਸੀਂ ਆਪਣੇ ਬੰਦ ਖਲਾਸੀ ਨਹੀਂ ਕਰਾ ਸਕਦੇ, ਭਾਵ ਮੁਕਤ ਨਹੀਂ ਹੋ ਸਕਦੇ। ਹੋਰ ਆਖ ਨਾ ਸਕੇ ਕੋਏ। ਹੋਰ ਕੋਈ ਅਗਰ ਆਖਦਾ ਪਿਆ ਨਾ ਕਿ ਤੁਹਾਡੀ ਬੰਦ ਖਲਾਸੀ, ਤੁਹਾਡੇ ਬੰਧਨਾਂ ਤੋਂ, ਬੰਧਨ ਕੀ ਨੇ? ਹਰ ਚੀਜ਼ ਬੰਧਨ ਹੈ ਜਿਹੜੀ ਪਰਮਾਤਮਾ ਦੇ ਨਾਮ ਤੋਂ ਵਿਸਾਰ ਦਿੰਦੀ ਹੈ। ਇਹ ਮੋਹ ਮਾਇਆ ਸਭ ਬੰਧਨ ਨੇ। ਇਹ ਜਿਤਨਾ ਕੁਝ ਅਸੀਂ ਪ੍ਰਸਾਰਾ ਦੇਖ ਰਹੇ ਹਾਂ, ਜਿਸ ਚੀਜ਼ ਨੂੰ ਵੇਖ ਕੇ ਰੱਬ ਵਿਸਰ ਜਾਏ ਉਹ ਬੰਧਨ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ ਉਹ ਬੰਧਨਾਂ ਦੀ ਮੁਕਤੀ ਉਹਦੇ ਭਾਣੇ ਵਿੱਚ, ਉਹਦੀ ਰਜ਼ਾ ਵਿੱਚ, ਉਹਦੇ ਹੁਕਮ ਵਿੱਚ ਹੋਣੀ ਹੈ। ਤੇ ਜੇ ਕੋਈ ਕਵੇ ਹੋਰ ਕੋਈ ਵਸੀਲਾ ਰਸਤਾ ਹੈ, ਹੋਰ ਆਖ ਨਾ ਸਕੇ ਕੋਏ, ਹੋਰ ਕੋਈ ਨਹੀਂ ਕੁਛ ਉਸ ਨੂੰ ਕਹਿ ਸਕਦਾ। ਕੋਈ ਕਹਿ ਦਵੇ ਤੇ ਮਹਾਰਾਜ ਕਹਿੰਦੇ ਨੇ ਜੇ ਕੋ ਖਾਇਕ ਆਖਣ ਪਾਏ। ਖਾਇਕ ਹੁੰਦਾ ਮੂਰਖ। ਜੇ ਕੋਈ ਗਲਤੀ ਨਾਲ ਕਹਿ ਵੀ ਦੇ ਨਾ, ਹਾਂ ਇੱਕ ਰਸਤਾ ਮੇਰੇ ਕੋਲ ਹੈ, ਇਹ ਬੰਦ ਖਲਾਸੀ ਦਾ ਕੋਈ ਹੋਰ ਦਰਵਾਜ਼ਾ ਹੈ। ਬੜੇ ਅੱਜ ਡੇਰੇਦਾਰ ਇਸ ਗੱਲ ਦੇ ਦਾਅਵੇ ਕਰਦੇ ਨੇ ਸਾਡੇ ਕੋਲ ਆਓ, ਅਸੀਂ ਤੁਹਾਡੀ ਬੰਦ ਖਲਾਸੀ ਕਰਾਵਾਂਗੇ, ਮੁਕਤ ਕਰਾਵਾਂਗੇ। ਤੇ ਮਹਾਰਾਜ ਕਹਿੰਦੇ ਨੇ ਉਹਦੀ ਰਜ਼ਾ ਤੋਂ ਚੱਲੇ ਬਿਨਾ ਕਦੀ ਮੁਕਤੀ ਨਹੀਂ ਹੋ ਸਕਦੀ। ਬੰਦ ਖਲਾਸੀ ਭਾਣੇ ਹੋਏ। ਤੇ ਮਹਾਰਾਜ ਕਹਿੰਦੇ ਨੇ ਜੇ ਕੋ ਖਾਇਕ ਆਖਣ ਪਾਏ। ਜੇ ਕੋਈ ਮੂਰਖ ਇਸ ਗੱਲ ਨੂੰ ਕਹਿ ਰਿਹਾ ਕਿ ਹੋਰ ਕੋਈ ਰਸਤਾ ਹੈ, ਤੇ ਮਹਾਰਾਜ ਕਹਿੰਦੇ ਨੇ ਉਹ ਜਾਣੈ ਜੇਤੀਆ ਮੂੰਹ ਖਾਹੇ। ਉਹ ਸਮਝੋ ਕਿ ਆਪਣੇ ਮੂੰਹ ਤੇ ਜੁੱਤੀਆਂ ਪੈਣ ਵਾਲੀ ਗੱਲ ਹੈ, ਭਾਵ ਉਹਨੂੰ ਤ੍ਰਿਗ ਕੇ ਆਵੇ, ਉਹਨੂੰ ਲਾਨਤ ਪਾਈਏ ਜਿਹੜਾ ਕੋਈ ਸਰੀਰ ਕਹੇਗਾ ਕਿ ਬਿਨਾਂ ਪ੍ਰਮਾਤਮਾ ਦੀ ਰਜ਼ੇ ਤੋਂ ਬਿਨਾਂ ਅਸੀਂ ਇਸ ਭਵ ਸਾਗਰ ਤੋਂ ਮੁਕਤ ਹੋ ਸਕਨੇ ਹਾਂ। ਤੋ ਮਹਾਰਾਜ ਨੇ ਇੱਥੇ ਸਮਝਾਇਆ, ਅੱਗੇ ਕਹਿ ਰਹੇ ਨੇ ਆਪੇ ਜਾਣੇ ਆਪੇ ਦੇ। ਉਹ ਆਪ ਹੀ ਜੀਵਾਂ ਨੂੰ ਸਾਰੀਆਂ ਇਹ ਦਾਤਾਂ ਦੇ ਰਿਹਾ ਹੈ ਔਰ ਆਪ ਹੀ ਇਸ ਬਾਰੇ ਸਾਰਾ ਜਾਣਦਾ ਹੈ। ਆਖੇ ਸੇਵੇ ਕੇਈ ਕੇ। ਹਾਂ, ਕਈ ਸਰੀਰ ਜਿਨ੍ਹਾਂ ਨੂੰ ਗੁਰਬਾਣੀ ਦੀ, ਪਰਮਾਤਮਾ ਦੇ ਬਾਰੇ ਨੌਲੇਜ ਹੋ ਜਾਂਦੀ ਹੈ, ਗਿਆਨ ਹੋ ਜਾਂਦਾ, ਵਿਵੇਕ ਬੁੱਧੀ ਉਹਨਾਂ ਦੀ ਜਾਗ ਪੈਂਦੀ ਹੈ, ਉਹ ਕਹਿੰਦੇ ਨਹੀਂ ਇਹ ਠੀਕ ਗੱਲ ਹੈ ਕਿ ਇਹ ਪਰਮਾਤਮਾ ਹੀ ਕਰਵਾ ਰਿਹਾ, ਉਹਦੀ ਰਜ਼ਾ ਵਿੱਚ ਹੀ ਅਸੀਂ ਬੰਦ ਖਲਾਸੀ ਹੋਣੀ ਹੈ। ਤੇ ਫਿਰ ਅਖੀਰ ਵਿੱਚ ਮਹਾਰਾਜ ਨੇ ਫੈਸਲਾ ਦੇ ਦਿੱਤਾ, ਕਿਉਂਕਿ ਪੌੜੀ ਦਾ ਤੱਤ ਸਾਰ ਹੈ। ਉਹ ਕੀ ਹੈ? ਜਿਸ ਨੂੰ ਬਖਸ਼ੇ ਸਿਫਤ ਸਲਾਹ। ਜਿਸ ਪਰਮਾਤਮਾ ਜਿਸ ਬੰਦੇ ਨੂੰ ਆਪਣੀ ਸਿਫਤ ਸਲਾਹ ਬਖਸ਼ਦਾ ਹੈ, ਹਰ ਇੱਕ ਨੂੰ ਨਹੀਂ ਬਖਸ਼ਦਾ। ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾਂ ਕੋ ਕਿਰਪਾ ਧਾਰੀ। ਜਿਸ ਦੇ ਉੱਤੇ ਮਿਹਰ ਕਰਦਾ ਹੈ, ਦੇਖੋ ਇਹ ਤੁਹਾਡੇ ਤੇ ਮਿਹਰ ਹੋਈ ਹੈ, ਉਹਦੀ ਸਿਫਤ ਸਲਾਹ ਦੇ ਵਿੱਚ ਜੁੜੇ ਹੋ। ਇਹ ਤੁਹਾਡੀ ਪਾਇਆ ਨਹੀਂ ਜੇ ਮੈਨੂੰ ਖੀਮਾ ਕਰ ਦੇਣਾ, ਤੁਹਾਡਾ ਕੁਛ ਵੀ ਨਹੀਂ, ਤੁਹਾਡਾ ਸਿਰਫ ਉਦਮ ਹੈ। ਪਰ ਬਿਠਾਉਣ ਵਿੱਚ ਹੱਥ ਪਤਾ ਕਿਹਦਾ ਹੈ? ਉਸ ਪਰਮਾਤਮਾ ਦਾ। ਤੁਸੀਂ ਕਿਉਂ ਕਹਿੰਦੇ ਹੋ ਕਿ ਮੈਨੂੰ ਤੇ ਪਰਮਾਤਮਾ ਮੇਰੇ ਵੱਲ ਨਹੀਂ ਨਜ਼ਰ ਰੱਖਦਾ? ਅਰੇ ਤੁਹਾਡੇ ਵੱਲ ਨਜ਼ਰ ਰੱਖੀਏ ਤੇ ਤੁਸੀਂ ਅੰਮ੍ਰਿਤ ਵੇਲੇ ਜਾਗੇ ਹੋ, ਤੁਹਾਡੇ ਵੱਲ ਨਜ਼ਰ ਰੱਖੀਏ ਤੇ ਉਹਨੇ ਵਾਹਿਗੁਰੂ ਕਿਹਾ ਹੈ। ਇੱਕ ਨੇ ਕਿਹਾ ਮੈਂ ਰੋਜ਼ ਵਾਹਿਗੁਰੂ 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 ਸਾਰਾ ਦਿਨ ਕਰਦਾ ਰਹਿੰਦਾ ਵਾਂ ਤੇ ਪਰਮਾਤਮਾ ਮੇਰੇ ਵੱਲ ਧਿਆਨ ਨਹੀਂ ਦਿੰਦਾ। ਉਹ ਕਹਿੰਦਾ ਤੈਨੂੰ ਪਤਾ ਹੀ ਨਹੀਂ ਹੈ, ਪਹਿਲੀ ਵਾਰੀ ਤੇ ਤੂੰ ਵਾਹਿਗੁਰੂ ਕਹਿਣਾ, ਬਾਅਦ ਵਿੱਚੋਂ ਤੈਨੂੰ ਕੌਣ ਵਾਹਿਗੁਰੂ ਕਹਿਣ ਵਾਸਤੇ ਸੱਤਿਆ ਦਿੰਦਾ ਹੈ? ਉਹ ਪਰਮਾਤਮਾ ਦਿੰਦਾ ਹੈ। ਤੇ ਜਿਹਦੇ ਉੱਤੇ ਕਿਰਪਾ ਕਰਦਾ ਹੈ, ਇਹ ਸਮਝੋ ਤੁਸੀਂ ਕਿਰਪਾ ਦੇ ਪਾਤਰ ਬਣ ਕੇ ਤੁਸੀਂ ਸੰਗਤ ਵਿੱਚ ਬੈਠੇ ਹੋ। ਇਸ ਵੇਲੇ ਕਈ ਸੁੱਤੇ ਹੋਣਗੇ, ਕਈ ਆਲਸ ਦੇ ਵਿੱਚ ਪਏ ਹੋਣਗੇ, ਪਰ ਮਹਾਰਾਜ ਕਹਿੰਦੇ ਨੇ ਜਿਹਦੇ ਉੱਤੇ ਉਹ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਉਹ ਤੁਹਾਡੇ ਉੱਤੇ ਕਿਰਪਾ, ਇਹ ਉਹਦਾ ਸ਼ੁਕਰ ਕਰੋ, ਹੰਕਾਰ ਨਹੀਂ, ਮਾਨ ਨਹੀਂ। ਜਦੋਂ ਉੱਠੋ ਸ਼ੁਕਰ ਕਰੋ, ਮਹਾਰਾਜ ਉਠਾਇਆ ਜੇ। ਕਈ ਤਿਆਰ ਹੋ ਕੇ ਵੀ ਗੁਰੂ ਸਾਹਿਬ ਦੇ ਦੁਆਰੇ ਨਹੀਂ ਪਹੁੰਚ ਪਾਉਂਦੇ, ਤੇ ਕਈ ਇੱਕ ਨਾ ਸੁੱਤਿਆਂ ਦੇ ਉਠਾਲ ਦੇ ਦਾਤ, ਉਹ ਦਾਤ ਕਈਆਂ ਨੂੰ ਘਰ ਸੁੱਤਿਆਂ ਪੇ ਵੀ ਦਵਾ ਦਿੰਦਾ ਹੈ। ਕਈ ਇੱਕ ਜਗੰਦੇ ਨਾਲ ਹਨ, ਇੱਕ ਜਾਗ ਕੇ ਵੀ ਉਹ ਦਾਤ ਤੋਂ ਵਾਂਝੇ ਰਹਿ ਜਾਂਦੇ ਨੇ। ਹੁਣ ਜਾਗਣ ਵਿੱਚ ਤੇ ਸਾਰੇ ਚੌਂਕੀਦਾਰ ਵੀ ਜਾਗ ਰਹੇ ਨੇ, ਹਲਵਾਈ ਵੀ ਜਾਗ ਰਹੇ ਹੋਣੇ ਨੇ, ਇਸ ਟਾਈਮ ਚੋਰ ਵੀ ਜਾਗ ਰਹੇ ਹੋਣੇ ਨੇ, ਪਰ ਉਹਨਾਂ ਤੇ ਕਿਰਪਾ ਨਹੀਂ ਜੇ।
ਉਹ ਆਪਣੇ ਧੰਦਿਆਂ ਦੇ ਵਿੱਚ ਏ। ਇਹ ਤੁਹਾਡੇ ਉੱਤੇ ਕੀ ਕਿਰਪਾ ਹੈ? ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਹਦੇ ਉੱਤੇ ਕਿਰਪਾ ਕਰਦਾ ਹੈ ਸਿਫਤ ਸਲਾਹ ਕਰਨ ਦੀ, ਜਿਹਨੂੰ ਉਹ ਭਾ ਜਾਂਦਾ ਬਈ ਇਹਨੂੰ ਮੈਂ ਸਿਫਤ ਸਲਾਹ ਕਰਵਾਣੀ ਏ, ਤੇ ਫਿਰ ਕੀ ਕਰਦੇ ਨੇ? ਉਹਨੂੰ ਕੀ ਬਖਸ਼ਿਸ਼ਾਂ ਕਰਦੇ ਨੇ? ਨਾਨਕ ਪਾਤਸ਼ਾਹੀ ਪਾਤਸ਼ਾਹ, ਉਹਨੂੰ ਪਾਤਸ਼ਾਹੀਆਂ ਦੀ ਪਾਤਸ਼ਾਹ ਭਾਵ ਇਸ ਦੁਨੀਆ ਦੇ ਕੀ, ਇਸ ਲੋਕ ਕੀ, ਪਰਲੋਕ ਦੇ ਵਿੱਚ ਵੀ ਰਾਜਾ ਮਹਾਰਾਜਾ ਬਣਾ ਦਿੰਦੇ ਨੇ। ਉਹ ਫਿਰ ਸੰਸਾਰ ਵਿੱਚ ਇੱਕ ਇੱਜ਼ਤ ਨਾਲ ਉਹ ਸੰਸਾਰ ਵਿੱਚ ਜਿਉਂਦਾ ਹੈ। ਉਹਦੀ ਫਿਰ ਉਸ ਦਰਗਾਹ ਦੇ ਵਿੱਚ ਵੀ ਵਾਹ ਵਾਹ ਹੁੰਦੀ ਹੈ। ਰੇ ਰੇ ਦਰਗਾਹ ਕਹੇ ਨਾ ਕਹੂ, ਉਹਨੂੰ ਕੋਈ ਮਾੜੇ ਤਰੀਕੇ ਨਾਲ ਨਹੀਂ ਬੋਲਦਾ, ਇਹ ਕਰਕੇ ਨਹੀਂ ਬੁਲਾਉਂਦਾ ਉਹਨੂੰ ਉੱਥੇ ਕੋਈ। ਰੇ ਰੇ ਦਰਗਾਹ ਕਹੇ ਨਾ ਕਹੂ, ਆਓ ਬੈਠ ਆਦਰ ਸ਼ੁਭ ਦੇਵ, ਉਹਨੂੰ ਬੜੇ ਪਿਆਰ ਦੇ ਨਾਲ। ਹੁਣ ਕੋਈ ਮਾੜਾ ਬੰਦਾ ਆ ਜਾਏ, ਉਹਨੂੰ ਕਹਿੰਦਾ ਓਏ ਇਹ ਕਰਕੇ ਗੱਲ ਕਰਨੇ ਆ, ਤੇ ਮਾਰੇ ਕਹਿੰਦੇ ਨੇ ਉਸ ਬੰਦੇ ਨੂੰ ਰੇ ਰੇ ਦਰਗਾਹ ਕਹੇ ਨਾ ਕਹੂ, ਉਸ ਬੰਦੇ ਨੂੰ ਇਹ ਕਰਕੇ ਨਹੀਂ। ਨਾਮ ਜਪਣ ਵਾਲੇ ਨੂੰ ਕੋਈ ਵੀ ਇਸ ਤਰ੍ਹਾਂ ਹਲਕਾ ਵਰਡ ਨਹੀਂ ਬੋਲਦਾ, ਉਹਨੂੰ ਕਹਿੰਦੇ ਨੇ ਆਓ ਬੈਠ ਆਦਰ ਸ਼ੁਭ ਦੇਵ। ਉਹਨੂੰ ਉੱਥੇ ਦਰਗਾਹ ਦੇ ਵਿੱਚ ਵੀ ਜਿਸ ਤਰ੍ਹਾਂ ਸੰਸਾਰ ਵਿੱਚ ਮਾਨ ਮਿਲਦਾ ਹੈ, ਉਸ ਦਰਗਾਹ ਦੇ ਵਿੱਚ ਵੀ ਉਸ ਨੂੰ ਪਾਤਸ਼ਾਹੀਆਂ ਮਿਲਦੀਆਂ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਆ ਕੇ ਅਸੀਂ ਮੰਗੀਏ ਕਿ ਹੇ ਪ੍ਰਮਾਤਮਾ, ਜੇ ਤੁਸੀਂ ਤਰੁੱਠੇ ਹੋ ਮੈਨੂੰ ਆਪਣੀ ਸਿਫਤ ਸਲਾਹ ਦੇ। ਸੋ ਜਿਸ ਨੂੰ ਤੇਰੀ ਨਦਰ ਸੋ ਤੇਰੀ ਬੰਦਗੀ, ਜਿਹਦੇ ਉੱਤੇ ਤੂੰ ਨਦਰ ਕਰਨਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਪਾਤਸ਼ਾਹੀਆਂ ਖੁਸ਼ੀਆਂ ਤਾਂ ਹੀ ਮਿਲਣੀਆਂ ਨੇ ਜੇ ਉਹਦੀ ਕਿਰਪਾ ਦੇ ਪਾਤਰ ਬਣਾਂਗੇ। ਤੇ ਅਰਦਾਸ ਕਰੋ ਮਦਾਸ ਦੀ ਵੀ ਆਪਣੀ ਵੀ ਕਿ ਸਤਿਗੁਰੂ ਅਸੀਂ ਨਦਰ ਦੇ ਪਾਤਰ ਬਣੀਏ, ਉਹਦੀ ਸਿਫਤ ਸਲਾਹਾਂ ਦੇ ਵਿੱਚ ਇਸ ਰਸਨਾ ਤੋਂ ਜਿਤਨੇ ਉਹਦੇ ਗੁਣ ਗਾਏ ਜਾਈਏ ਉਤਨੇ ਘੱਟ ਨੇ। ਇਤਨੀ ਕੁ ਸੇਵਾ ਪ੍ਰਵਾਨ ਕਰਨੀ। ਭੁੱਲਾਂ ਬੇਅੰਤ ਹੋਈਆਂ ਨੇ ਉਹ ਦੱਸਦੀਆਂ ਨੇ। ਬਚਨ ਗੁਰੂ ਦਾ ਜਾਣ ਕੇ ਹਿਰਦੇ ਵਿੱਚ ਵਸਾਓ, ਅਸੀਸ ਬਖਸ਼ੋ, ਕਥਾ ਕਰਨ ਦੀ ਜਾਚ ਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।